Hello, welcome students. Students, I know very well about that. We have already discussed about the parliament in our previous video. Today we are going to discuss about the various functions of Indian parliament. Indian parliament, that is a law making body. First of all, legislative function. Legislative functions, that means to say law making. ਲਾ ਮੇਕਿੰਗ ਜਿਹੜੀ ਬੋਡੀ ਆ ਇੰਡੀਆ ਦੀ ਜਿਹੜੀ ਪਾਰਲੀਮੈਂਟ ਸਿਸਟਮ ਆ ਦੈਟ ਇਜ਼ ਅ ਲਾ ਮੇਕਿੰਗ ਬੋਡੀ ਇਨ ਆਵਰ ਕਨਸਟੀਟਿਊਸ਼ਨ there are the three major categories of lists. One of them is a union list, second one is a state list, and third one is a concurrent list. Union list, that is a totally concerned with the center, so that's why parliament ਦੇ ਨਾਲ related ਜੋ ਵੀ rule and regulations ਆ ਉਹ ਕੌਣ ਬਣਾਉਂਦੀ ਹੈ ਯੂਨੀਅਨ ਲਿਸਟ ਦੇ ਨਾਲ ਰਿਲੇਟਡ ਜੋ ਵੀ ਰੂਲ ਆ ਉਹ ਪਾਰਲੀਮੈਂਟ ਵਿੱਚ ਬਣਾਏ ਜਾਂਦੇ ਆ ਸੈਕਿੰਡ ਵਨ ਲਿਸਟ ਜੋ ਸਟੇਟ ਲਿਸਟ ਆ ਉਹਦੇ ਨਾਲ ਰਿਲੇਟਡ ਜਿੰਨੇ ਵੀ ਲਾਜ਼ ਨੇ ਉਹ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਦੇ ਵਿੱਚ ਬਣਾਏ ਜਾਂਦੇ ਨੇ ਥਰਡ ਲਿਸਟ ਦੈਟ ਇਜ਼ ਏ ਕੌਨਕਰੈਂਟ ਲਿਸਟ ਕੌਨਕਰੈਂਟ ਲਿਸਟ ਇਜ਼ ਦ ਕਾਮਨ ਲਿਸਟ ਬਿਟਵੀਨ ਦ ਸੈਂਟਰ ਐਂਡ ਸਟੇਟ ਇਹਨਾਂ ਦੇ ਨਾਲ ਰਿਲੇਟਡ ਜੋ ਵੀ ਲਾਜ਼ ਨੇ ਉਹ ਕਿੱਥੇ ਬਣਾਏ ਜਾਂਦੇ ਨੇ ਰੂਲ ਐਂਡ ਰੈਗੂਲੇਸ਼ਨਸ ਉਹ ਵੀ ਪਾਰਲੀਮੈਂਟ ਵਿੱਚ ਬਣਾਏ ਜਾਂਦੇ ਨੇ ਇਨ ਕੇਸ ਅਗਰ ਦੋ ਸਟੇਟਸ ਦੇ ਵਿੱਚ ਜਾਂ ਕਿਸੇ ਸਟੇਟ ਦਾ ਸੈਂਟਰ ਦੇ ਨਾਲ ਕੋਈ ਵੀ ਕਨਫਲਿਕਟ ਆ ਉਹਨੂੰ ਵੀ ਪਾਰਲੀਮੈਂਟ ਵਿੱਚ ਹੀ ਸਾਰਟ ਆਊਟ ਕੀਤਾ ਜਾਂਦਾ ਵਾ ਅਗਰ ਕਿਸੇ ਸਟੇਟ ਵਿੱਚ ਐਮਰਜੈਂਸੀ ਇੰਪਲੀਮੈਂਟ ਹੋ ਜਾਂਦੀ ਹੈ ਡਿਕਲੇਅਰ ਕੀਤੀ ਜਾਂਦੀ ਆ ਉਹਦੇ ਨਾਲ ਰਿਲੇਟਡ ਜਿਹੜੇ ਲਾਜ਼ ਨੇ ਉਹ ਵੀ ਪਾਰਲੀਮੈਂਟ ਵਿੱਚ ਹੀ ਬਣਾਏ ਜਾਂਦੇ ਨੇ ਸੈਕਿੰਡ ਵਨ ਫਾਈਨੈਂਸ਼ੀਅਲ ਕੰਟਰੋਲ ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਦੇਰ ਆਰ ਦ ਟੂ ਮੇਜਰ ਕੈਟੇਗਰੀਜ਼ ਔਰ ਦ ਪਾਰਟਸ ਆਫ ਹਾਊਸ in our parliamentary system. One of them is a Rajya Sabha, that is the upper house of parliament. Second one, that is a Lok Sabha, that is the lower house of parliament. No doubt lower house Lok Sabha, that is a more powerful house in the matter of the financial. ਜਿੰਨੀਆਂ ਵੀ ਫਾਈਨੈਂਸ ਦੇ ਨਾਲ ਰਿਲੇਟਡ ਹੈ ਸਭ ਤੋਂ ਜ਼ਿਆਦਾ ਪਾਵਰਫੁਲ ਹਾਊਸ ਜਿਹੜਾ ਆ ਲੋਕ ਸਭਾ ਆ ਉਹਦਾ ਰੀਜ਼ਨ ਕੀ ਆ ਕਿਉਂਕਿ ਜਿੰਨੇ ਵੀ ਨਵੇਂ ਟੈਕਸ ਇੰਪੋਜ਼ ਕਰਨੇ ਆ ਕਿਹੜੇ ਟੈਕਸ ਪਹਿਲੇ ਜਿਹੜੇ ਆ ਉਹਨਾਂ ਨੂੰ ਅਬੋਲਿਸ਼ ਕਰਨਾ ਆ ਕਿੰਨਾ ਐਕਸਪੈਂਡੀਚਰ ਆ ਕਿੰਨੀ ਇਨਕਮ ਆ ਵੇਰੀਅਸ ਡਿਪਾਰਟਮੈਂਟਸ ਉੱਪਰ ਕਿੰਨੀ ਇਨਵੈਸਟਮੈਂਟ ਕੀਤੀ ਜਾਊਗੀ ਇਹ ਸਾਰੇ ਦੀ ਸਾਰੀ ਅਥਾਰਟੀ ਜਿਹੜੀ ਆ ਲੋਕ ਸਭਾ ਕੋਲ ਆ ਔਰ ਉਹਦੇ ਉੱਪਰ ਰਾਜ ਸਭਾ ਦੀ ਜਿਹੜੀ ਆ ਉਹ ਵੀ ਅਪਰੂਵਲ ਜ਼ਰੂਰੀ ਆ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਇਹ ਸਾਰੇ ਜਿਹੜੇ ਫਾਈਨੈਂਸ਼ੀਅਲ ਜਿਹੜੀਆਂ ਵਾ ਪਾਵਰਸ ਜਾਂ ਫੰਕਸ਼ਨਸ ਨੇ ਪਾਰਲੀਮੈਂਟ ਦੇ ਨੈਕਸਟ ਵਨ ਦੈਟ ਇਜ਼ ਏ ਪ੍ਰੋਵਾਈਡਿੰਗ ਐਂਡ ਐਕਸਰਸਾਈਜ਼ਿੰਗ ਕੰਟਰੋਲ ਓਵਰ ਦਾ ਕੈਬਨਿਟ ਜੋ ਕੈਬਨਿਟ ਆ ਕੈਬਨਿਟ ਫਰੋਮ ਦਾ ਪਾਰਲੀਮੈਂਟ ਕੈਬਨਿਟ ਦੇ ਜਿੰਨੇ ਵੀ ਮੈਂਬਰਸ ਨੇ ਉਹਨਾਂ ਨੂੰ ਪਾਰਲੀਮੈਂਟ ਵਿੱਚੋਂ ਹੀ ਚੁਣਿਆ ਜਾਂਦਾ ਆ ਇਸ ਕਰਕੇ ਉਹ ਆਪਣੇ ਕੀਤੇ ਜਾਣ ਵਾਲੇ ਹਰ ਕੰਮ ਦੇ ਲਈ ਜਿਹੜੇ ਆ ਪਾਰਲੀਮੈਂਟ ਦੇ ਸਾਹਮਣੇ ਰਿਸਪੌਂਸੀਬਲ ਆ ਪਾਰਲੀਮੈਂਟ ਟਾਈਮ ਟੂ ਟਾਈਮ ਉਹਨਾਂ ਕੋਲੋਂ ਕੁਐਸਚਨਸ ਪੁੱਟ ਕਰਦੀ ਹੈ ਔਰ ਆਪਣੇ ਕੀਤੇ ਜਾਣ ਵਾਲੇ ਹਰ ਐਕਸ਼ਨ ਦੇ ਲਈ ਉਹ ਪਾਰਲੀਮੈਂਟ ਦੇ ਸਾਹਮਣੇ ਆਨਸਰੇਬਲ ਨੇ ਨੈਕਸਟ ਵਨ क्रिटिकल असेसमेंट ऑफ वर्क ऑफ कैबिनेट जो कैबिनेट आ जे अगर कोई गलत रूल एंड रेगूलेशन पास कर दिंदी है किसी तरह का भी कोई गलत मता पास कर दिंदी है तो पार्लीमेंट के सामने वो पूरी तरह के नाल रिस्पॉन्सिबल ने पार्लीमेंट में ਉਹਦੇ बारे डिस्कशन की जाती है टाइम बाय टाइम ਉਹਨਾਂ ਨੂੰ ਆਨਸਰ ਦੇਣਾ ਪੈਂਦਾ ਆ ਔਰ ਜਿੱਥੇ ਵੀ ਕੈਬਨਿਟ ਕਿਸੇ ਤਰ੍ਹਾਂ ਦੀ ਵੀ ਕੋਈ ਗਲਤੀ ਕਰਦੀ ਹੈ ਕੈਬਨਿਟ ਨੂੰ ਪੂਰੀ ਤਰ੍ਹਾਂ ਦੇ ਨਾਲ ਪਾਰਲੀਮੈਂਟ ਦੇ ਸਾਹਮਣੇ ਆਨਸਰੇਬਲ ਆ ਦੇਣਾ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹੈ ਨੈਕਸਟ ਵਨ ਰੋਲ ਆਫ ਅਪੋਜੀਸ਼ਨ ਜਿਵੇਂ ਕਿ ਰੂਲਿੰਗ ਪਾਰਟੀ ਨੂੰ ਪਾਰਲੀਮੈਂਟ ਵਿੱਚ ਪੂਰੀ ਪਾਵਰਫੁਲ ਪੋਜੀਸ਼ਨ ਦਿੱਤੀ ਗਈ ਹੈ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਸਿਮਿਲਰਲੀ ਇਸੇ ਹੀ ਤਰੀਕੇ ਦੇ ਨਾਲ ਪ੍ਰੋਪਰ ਰੂਲ ਐਂਡ ਰੈਗੂਲੇਸ਼ਨਸ ਨੂੰ ਬਣਾਈ ਰੱਖਣ ਦੇ ਲਈ ਉਹਨਾਂ ਨੂੰ ਸਹੀ ਢੰਗ ਲਈ ਤਾਂ ਕਿ ਕੋਈ ਵੀ ਗਲਤ ਰੂਲ ਨਾ ਪਾਸ ਹੋ ਸਕੇ ਇਸ ਚੀਜ਼ ਨੂੰ ਇਨਸ਼ੋਰ ਕਰਨ ਦੇ ਲਈ ਜੋ ਹੈ ਅਪੋਜੀਸ਼ਨ ਨੂੰ ਵੀ ਇੱਕ ਸਟਰੋਂਗ ਜਿਹੜੀ ਹੈ ਪੋਜੀਸ਼ਨ ਦਿੱਤੀ ਗਈ ਹੈ ਪਾਰਲੀਮੈਂਟ ਸਿਸਟਮ ਦੇ ਵਿੱਚ ਤਾਂ ਕਿ ਉਹ ਜੋ ਹੈ ਵਾਚ ਡੌਗ ਦਾ ਕੰਮ ਕਰਦੇ ਆ ਗੌਰਮੈਂਟ ਦੀ ਹਰ ਪੋਲਿਸੀਜ਼ ਨੂੰ ਹਰ ਰੂਲ ਐਂਡ ਰੈਗੂਲੇਸ਼ਨਸ ਨੂੰ ਜਿਹੜਾ ਵਾ ਪ੍ਰੋਪਰ ਤਰੀਕੇ ਦੇ ਨਾਲ ਜੋ ਆ ਦੇਖਦੇ ਨੇ ਨੈਕਸਟ ਵਨ ਦੈਟ ਇਜ਼ ਐਨ ਆਰਗਨ ਆਫ ਇਨਫੋਰਮੇਸ਼ਨ ਪਾਰਲੀਮੈਂਟ ਜਿਹੜੀ ਹੈ ਇੱਕ ਮੋਸਟ ਪਾਵਰਫੁਲ ਆਰਗਨ ਆ ਜੋ ਕਿ ਟਾਈਮ ਬਾਏ ਟਾਈਮ ਗੌਰਮੈਂਟ ਦੇ ਕੋਲੋਂ ਵੇਰੀਅਸ ਫੰਕਸ਼ਨਸ ਦੇ ਬਾਰੇ ਨੌਲੇਜ ਲੈ ਸਕਦੀ ਆ ਔਰ ਕਿਸੇ ਤਰ੍ਹਾਂ ਦੇ ਵੀ ਕਿਸੇ ਵੀ ਰੂਲ ਦੇ ਉੱਪਰ ਜੇ ਕੋਈ ਵੀ ਉਹਨਾਂ ਨੂੰ ਲੱਗਦਾ ਆ ਉਹਦੀ ਪੂਰੀ ਡਿਸਕਸ਼ਨ
ਪਾਰਲੀਮੈਂਟ ਵਿੱਚ ਹੁੰਦੀ ਆ। ਜਿਵੇਂ ਕਿ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਕੈਬਨਿਟ ਪੂਰੀ ਤਰ੍ਹਾਂ ਦੇ ਨਾਲ ਆਨਸਰੇਬਲ ਆ, ਆਪਣੇ ਹਰ ਕੀਤੇ ਜਾਣ ਲਈ ਵਾਲੇ ਕੰਮ ਲਈ ਪਾਰਲੀਮੈਂਟ ਸਾਹਮਣੇ ਆਨਸਰੇਬਲ ਆ, ਕਿਉਂਕਿ ਜਿੰਨੇ ਵੀ ਕੈਬਨਿਟ ਦੇ ਮਿਨਿਸਟਰਸ ਨੇ, ਕੈਬਨਿਟ ਮੈਂਬਰਸ ਨੇ, ਦੇ ਆਲ ਆਰ ਦਾ ਮੈਂਬਰ ਆਫ ਦਾ ਪਾਰਲੀਮੈਂਟ। ਉਹਨਾਂ ਨੂੰ ਇਲੈਕਟ ਕਰਨ ਵਾਲੇ ਵੀ ਪਾਰਲੀਮੈਂਟ ਨੇ, ਇਸ ਕਰਕੇ ਉਹ ਆਪਣੇ ਹਰ ਕੀਤੇ ਜਾਣ ਵਾਲੇ ਕੰਮ ਲਈ ਪਾਰਲੀਮੈਂਟ ਦੇ ਸਾਹਮਣੇ ਪੂਰੀ ਤਰ੍ਹਾਂ ਦੇ ਨਾਲ ਆਨਸਰੇਬਲ ਨੇ। ਕੌਨਸਟੀਟਿਊਸ਼ਨਲ ਫੰਕਸ਼ਨ, ਕੌਨਸਟੀਟਿਊਸ਼ਨ ਦੇ ਕਿਸੇ ਵੀ ਅਗਰ ਆਰਟੀਕਲ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਅਗਰ ਅਮੈਂਡਮੈਂਟ ਕੀਤੀ ਜਾਣੀ ਆ, ਉਹਦੇ ਲਈ ਦੋਨੋਂ ਹਾਊਸਿਸ ਦੀ 2/3 ਮੈਜੋਰਿਟੀ ਨੈਸੈਸਰੀ ਹੈ। ਪਾਰਲੀਮੈਂਟ ਦੇ ਵਿੱਚ ਹੀ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਪਾਸ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਕੁਝ ਇਹੋ ਜਿਹੇ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਅਮੈਂਡਮੈਂਟ ਦੇ ਲਈ ਜਿਹੜੀ ਆ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਦੇ ਵੀ ਹਾਫ ਜਿਹੜੀ ਰੈਟੀਫਿਕੇਸ਼ਨ ਆ ਉਹ ਜ਼ਰੂਰੀ ਹੈ। ਨੈਕਸਟ ਵਨ, ਜੁਡੀਸ਼ੀਅਲ ਫੰਕਸ਼ਨ। ਪਾਰਲੀਮੈਂਟ ਜਿਹੜੀ ਆ ਇੱਕ ਇਹੋ ਜਿਹੀ ਬੋਡੀ ਆ ਜਿਹਦੇ ਵਿੱਚ ਪ੍ਰੈਜ਼ੀਡੈਂਟ ਔਰ ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜਿਸ ਦੇ ਅਗੇਂਸਟ ਅਗਰ ਕੋਈ ਵੀ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਆ, ਉਹਦੇ ਨਾਲ ਰਿਲੇਟਡ ਜੋ ਵੀ ਸਾਰੀ ਐਕਟੀਵਿਟੀ ਆ ਉਹ ਕਿੱਥੇ ਕੀਤੀ ਜਾਂਦੀ ਆ, ਪਾਰਲੀਮੈਂਟ ਦੇ ਵਿੱਚ। ਪਾਰਲੀਮੈਂਟ ਦੇ ਵਿੱਚ ਹੀ ਪਨਿਸ਼ਮੈਂਟ ਉਹਨਾਂ ਨੂੰ ਜਿਹੜੀ ਆ ਅਨਾਊਂਸ ਕੀਤੀ ਜਾਂਦੀ ਆ। ਇਨ ਕੇਸ ਅਗਰ ਉਹ ਡਿਫਾਲਟਰ ਪਾਏ ਜਾਂਦੇ ਆ ਤਾਂ ਉਹਦੇ ਬਾਰੇ ਕਿੱਥੇ ਡਿਕਲੇਅਰ ਕੀਤਾ ਜਾਂਦਾ ਆ, ਪਾਰਲੀਮੈਂਟ ਦੇ ਵਿੱਚ। ਨੈਕਸਟ ਵਨ, ਇਲੈਕਟਿਵ ਫੰਕਸ਼ਨ। ਇਸ ਤੋਂ ਇਲਾਵਾ ਜਿੱਥੇ ਇੰਨੇ ਫੰਕਸ਼ਨਸ ਜਿਹੜੇ ਆ ਪਾਰਲੀਮੈਂਟ ਦੇ ਦੁਆਰਾ ਕੰਡਕਟ ਕੀਤੇ ਜਾਂਦੇ ਨੇ, ਉਹਦੇ ਨਾਲ ਦੀ ਨਾਲ ਇੱਕ ਇੰਪੋਰਟੈਂਟ ਫੰਕਸ਼ਨ ਜਿਵੇਂ ਇਲੈਕਟਡ ਮੈਂਬਰ ਆਫ ਦਾ ਰਾਜ ਸਭਾ ਐਂਡ ਦਾ ਲੋਕ ਸਭਾ। ਲੋਕ ਸਭਾ ਔਰ ਰਾਜ ਸਭਾ ਦੇ ਜੋ ਇਲੈਕਟਡ ਮੈਂਬਰ ਨੇ ਉਹ ਮਿਲ ਕੇ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਜੋ ਆ ਪਾਰਟਿਸਿਪੇਟ ਕਰਦੇ ਨੇ। ਯੂ ਨੋ ਵੈਰੀ ਵੈਲ ਅਬਾਊਟ ਦੈਟ ਕਿ ਜੋ ਇਲੈਕਸ਼ਨ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਇਲੈਕਸ਼ਨ ਆ ਉਹ ਇਨਡਾਇਰੈਕਟ ਮੈਥਡ ਰਾਹੀਂ ਹੁੰਦੀ ਆ, ਜਾਣੀ ਕਿ ਸਾਡੇ ਦੁਆਰਾ ਜਿਹੜੇ ਚੂਜ਼ ਕੀਤੇ ਹੋਏ ਐਮਪੀਜ਼ ਨੇ, ਜੋ ਮੈਂਬਰ ਆਫ ਪਾਰਲੀਮੈਂਟਸ ਨੇ, ਫਰਦਰ ਅੱਗੇ ਵੋਟਿੰਗਸ ਪਾਉਂਦੇ ਨੇ, ਉਹ ਅੱਗੇ ਜਿਹੜੇ ਆ ਇਹਨੂੰ ਜਿਹੜੇ ਆ ਚੂਜ਼ ਕਰਦੇ ਨੇ। ਜਿਵੇਂ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋ ਗਈ ਜਾਂ ਫਿਰ ਲੈਜਿਸਲੇਚਰ ਅਸੈਂਬਲੀਜ਼ ਦੇ ਜੋ ਮੈਂਬਰਸ ਨੇ ਉਹ ਮਿਲ ਕੇ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ। These all are important functions related to the Indian parliamentary system. That's all.